अस्सलाम वालेकुम जी, सब ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਸਪੇਨ ਦੇ ਵਿੱਚ ਸਿਆਸੀ ਪਨਾਹ ਦੇ ਬਾਰੇ ਕਈ ਸਵਾਲਾਤ ਲੋਕੀ ਕਰਦੇ ਨੇ ਔਰ ਮੈਂ ਉਸ ਦੇ ਉੱਤੇ ਬਹੁਤ ਜ਼ਿਆਦਾ ਵੀਡੀਓਜ਼ ਵੀ ਬਣਾਈਆਂ ਨੇ, ਲੇਕਿਨ ਫਿਰ ਵੀ ਲੋਕਾਂ ਦੀ ਤਸ਼ੱਫੀ ਨਹੀਂ ਹੁੰਦੀ, ਤਸੱਲੀ ਨਹੀਂ ਹੁੰਦੀ, ਫਿਰ ਬਾਰ-ਬਾਰ ਸਵਾਲਾਤ ਉੱਠਦੇ ਨੇ। ਇਸੇ ਤਰ੍ਹਾਂ ਹੀ ਇੱਕ ਬਾਈ ਨੇ ਇਸ ਦੇ ਉੱਤੇ ਇੱਕ ਸਵਾਲ ਕੀਤਾ ਸੀ ਤੇ ਮੈਂ ਸੋਚਿਆ ਇਸ ਦੇ ਉੱਤੇ ਸ਼ਾਰਟ ਜੀ ਇੱਕ ਵੀਡੀਓ ਬਣਾ ਦੀ ਹੈ। ਸਪੇਨ ਦੇ ਵਿੱਚ ਜਦੋਂ ਵੀ ਕੋਈ ਬੰਦਾ ਆਉਂਦਾ ਹੈ ਔਰ ਉਸਨੂੰ ਕੋਈ ਆਪਣੇ ਮੁਲਕ ਵਿੱਚ ਖਤਰਾ ਹੈ ਜਾਂ ਉਹ ਸਮਝਦਾ ਹੈ ਕਿ ਉਸ ਨੂੰ ਸਿਆਸੀ ਪਨਾਹ ਦਾ ਕੇਸ ਕਰਨਾ ਚਾਹੀਦਾ ਹੈ, ਤੇ ਜਿਸ ਤਰ੍ਹਾਂ ਯੂਰਪੀ ਯੂਨੀਅਨ ਦੇ ਦੂਸਰੇ ਮੁਲਕਾਂ 'ਚ ਇੱਕ ਪ੍ਰੋਸੈਸ ਹੈ, ਇਸ ਤਰ੍ਹਾਂ ਸਪੇਨ ਦੇ ਵਿੱਚ ਵੀ ਤੁਸੀਂ ਸਿਆਸੀ ਪਨਾਹ ਦਾ ਕੇਸ ਕਰ ਸਕਦੇ ਹੋ। ਤੇ ਉਸ ਦਾ ਤਰੀਕਾਕਾਰ ਕੀ ਹੁੰਦਾ ਹੈ ਕਿ ਤੁਸੀਂ ਸਪੇਨ ਦੀ ਮਿਨਿਸਟਰੀ ਹੈ, ਜਿਸ ਨੂੰ ਐਕਸਟਰਾਂਜੇਰੀਆ ਕਹਿੰਦੇ ਆ, ਉੱਥੇ ਆ ਕੇ ਉਹਨਾਂ ਦੀ ਵੈਬਸਾਈਟ ਤੋਂ ਤੁਸੀਂ ਅਪਾਇੰਟਮੈਂਟ ਲੈਣੀ ਹੁੰਦੀ ਹੈ। ਔਰ ਨਾਰਮਲੀ ਕਾਨੂੰਨ ਇਹ ਹੁੰਦਾ ਹੈ ਕਿ ਸਪੇਨ ਦੇ ਵਿੱਚ ਐਂਟਰੀ ਤੋਂ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਉਹ ਮਤਲਬ ਹੈ ਮਿਨੀਮਮ ਅਪਾਇੰਟਮੈਂਟ ਲੈ ਲਵੋ ਹੈ। ਉਹ ਅਪਾਇੰਟਮੈਂਟ ਲੈ ਕੇ ਜਾਂਦੇ ਹੋ, ਆਪਣਾ ਓਰੀਜਨਲ ਪਾਸਪੋਰਟ ਲੈ ਜਾਓ। ਉਹ ਪਾਸਪੋਰਟ 'ਤੇ ਤੁਸੀਂ ਜਾ ਕੇ ਅਪਾਇੰਟਮੈਂਟ ਅੱਗੋਂ ਤੁਹਾਨੂੰ ਇੰਟਰਵਿਊ ਦੇ ਦੇਣਗੇ, ਤੁਹਾਨੂੰ ਇੱਕ ਵਾਈਟ ਪੇਜ ਦੇ ਦੇਣਗੇ। ਉਸ ਵਾਈਟ ਪੇਜ 'ਤੇ ਤੁਸੀਂ 2-3 ਮਹੀਨੇ ਬਾਅਦ ਦਫਾ 4 ਮਹੀਨੇ ਬਾਅਦ ਵੀ ਤੁਹਾਡਾ ਇੰਟਰਵਿਊ ਦੀ ਡੇਟ ਆ ਜਾਂਦੀ ਹੈ। ਔਰ ਉਸ ਤੋਂ ਬਾਅਦ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ, 15-20 ਮਿੰਟ ਦਾ ਇੰਟਰਵਿਊ ਹੁੰਦਾ। ਤੁਹਾਡੇ ਕੋਲ ਪੁੱਛਦੇ ਨੇ ਤੁਸੀਂ ਕਿਸ ਤਰ੍ਹਾਂ ਆਏ ਹੋ, ਤੁਹਾਨੂੰ ਕੀ ਮਸਲਾ ਹੈ, ਕਿਸ ਵਜ੍ਹਾ ਤੁਸੀਂ ਸਿਆਸੀ ਪਨਾਹ ਦਾ ਕੇਸ ਕਰਨਾ ਚਾਹੁੰਦੇ ਹੋ, ਠੀਕ ਹੋ ਗਿਆ। ਔਰ ਉਸ ਤੋਂ ਬਾਅਦ ਤੁਹਾਨੂੰ ਇੱਕ ਲੈਟਰ ਮਜ਼ੀਦ ਦੇ ਦਿੰਦੇ ਨੇ, ਤੁਹਾਡੇ ਫਿੰਗਰ ਲੈ ਲੈਂਦੇ ਨੇ, ਫੋਟੋ ਲੈਂਦੇ ਨੇ, ਪਾਸਪੋਰਟ ਦੀ ਕਾਪੀਸ ਲੈਂਦੇ ਨੇ ਔਰ ਤੁਹਾਡਾ ਪ੍ਰੋਸੈਸ ਕਰ ਦਿੰਦੇ ਨੇ। ਡਰਨਾ ਨਹੀਂ ਚਾਹੀਦਾ ਪਾਸਪੋਰਟ ਲੈ ਕੇ ਜਾਣ ਦਾ। ਤੁਸੀਂ ਕਿਉਂਕਿ ਸਿਆਸੀ ਪਨਾਹ ਕਰ ਰਹੇ ਹੋ ਤਾਂ ਕੋਈ ਇੰਨਾ ਵੱਡਾ ਇਸ਼ੂ ਨਹੀਂ ਹੁੰਦਾ ਹੈ। ਉਸ ਤੋਂ ਬਾਅਦ ਠੀਕ 6 ਮਹੀਨੇ ਬਾਅਦ ਤੁਹਾਨੂੰ ਕੰਮ ਦੀ ਇਜਾਜ਼ਤ ਲੱਭ ਜਾਂਦੀ ਹੈ। ਅੱਜ ਕੱਲ੍ਹ ਤਾਂ ਉਸੇ ਪੇਜ ਦੇ ਉੱਤੇ ਲਿਖ ਦਿੰਦੇ ਨੇ ਕਿ ਫਲਾਣ ਡੇਟ ਨੂੰ ਕੰਮ ਦੀ ਇਜਾਜ਼ਤ ਹੋਵੇਗੀ ਹੈ। ਔਰ ਉਸ ਤੋਂ ਬਾਅਦ ਜਿੰਨਾ ਚਿਰ ਤੁਹਾਡਾ ਕੇਸ ਹੱਲ ਨਹੀਂ ਹੁੰਦਾ ਤੁਸੀਂ ਸਪੇਨ ਦੇ ਵਿੱਚ ਕੰਮ ਕਰ ਸਕਦੇ ਹੋ, ਔਰ ਬੜੀ ਦੁਨੀਆ ਕਰਦੀ ਪਈ ਹੈ। ਇਸ ਤੋਂ ਪਹਿਲੇ 2022 ਤੋਂ ਪਹਿਲੇ ਤਾਂ ਬਹੁਤ ਲੋਕਾਂ ਨੇ ਇਸ ਕਾਨੂੰਨ ਤੋਂ ਫਾਇਦਾ ਚੁੱਕਿਆ, ਕਿਉਂਕਿ ਉਸ ਤੋਂ ਪਹਿਲੇ ਸਿਰਫ ਇਹ ਹੀ ਹੁੰਦਾ ਸੀ ਕਿ ਤੁਸੀਂ ਇਲੀਗਲ ਔਰ ਲੀਗਲ ਦੋਨੇ ਕਿਸਮਾਂ ਦਾ ਵੀ ਜਿਹੜਾ ਕੰਮ ਹੋਇਆ ਫਿਰ ਤੁਸੀਂ ਸਾਬਤ ਕਰਨਾ ਹੁੰਦਾ ਸੀ, ਤੇ ਉਹਦੇ ਉੱਤੇ ਤੁਸੀਂ ਸਪੇਨ ਦੇ ਵਿੱਚ 2 ਸਾਲ ਦੀ ਬੇਸ ਤੇ ਪੇਪਰ ਲੈ ਸਕਦੇ ਹੋ। ਲੋਕਾਂ ਨੇ ਇਸ ਤੋਂ ਬਹੁਤ ਜ਼ਿਆਦਾ ਫਾਇਦਾ ਚੁੱਕਿਆ ਹੈ। 2022 ਤੋਂ ਬਾਅਦ ਕਿ ਟੋਟਲ ਕਾਨੂੰਨ ਚੇਂਜ ਹੋ ਗਿਆ। ਹੁਣ ਹੈ ਵੇ ਕਿ ਲੀਗਲ ਹੀ ਕੰਮ ਆਪਣਾ ਸ਼ੋਅ ਕਰਨਾ ਪੈਂਦਾ, ਜਿਹਦੀ ਹੀ ਵਜ੍ਹਾ ਤੋਂ ਲੋਕੀ ਬਹੁਤ ਜ਼ਿਆਦਾ ਅਸਾਈਲਮ ਦੇ ਪ੍ਰੋਸੈਸ 'ਚ ਆਉਂਦੇ ਨੇ। ਔਰ ਕੇਸ ਜੈਨੂਅਨ ਨਾ ਹੋਣ ਦੀ ਵਜ੍ਹਾ ਤੋਂ ਉਹਨਾਂ ਦੇ ਕੇਸ ਵੀ ਲੰਮੇ ਨਹੀਂ ਚੱਲਦੇ। ਔਰ ਮੈਜੋਰਿਟੀ ਇੱਥੇ ਲੋਕ, ਮੈਨੂੰ ਜਿਹੜੀ ਮੇਰੀ ਖਾਲਸ ਓਪੀਨੀਅਨ ਹੈ ਨਾ, ਉਹਦੇ ਕੇਸਾਂ 'ਚ ਜਾਨ ਨਹੀਂ ਹੁੰਦੀ, ਜਿਹਦੀ ਵਜ੍ਹਾ ਤੋਂ ਕੇਸਿਸ ਰਿਜੈਕਟ ਹੋ ਜਾਂਦੇ ਨੇ। ਅਮੂਮਨ ਸਾਲ, ਸਵਾ ਸਾਲ, 1.5 ਸਾਲ ਦਾ ਅਸਾਈਲਮ ਦਾ ਪ੍ਰੋਸੈਸ ਹੁੰਦਾ, ਉਸ ਤੋਂ ਬਾਅਦ ਉਹਨਾਂ ਦਾ ਕੇਸ ਰਿਜੈਕਟ ਹੋ ਜਾਂਦਾ ਹੈ। ਇਹ ਅਮੂਮਨ ਪ੍ਰੋਸੈਸ ਠੀਕ ਹੋ ਗਿਆ ਸਪੇਨ ਦੇ ਵਿੱਚ ਅਸਾਈਲਮ ਦਾ, ਔਰ ਇਸ ਦੇ ਬੇਸ 'ਤੇ ਅਸਾਈਲਮ ਮਿਲਦਾ, ਔਰ ਇਸ ਤਰ੍ਹਾਂ ਇਹਦਾ ਸਟੈਪ ਬਾਈ ਸਟੈਪ ਚੱਲਦਾ ਹੈ। ਉਹਨਾਂ ਦੇ ਵਿੱਚ ਬਾਈ ਦਾ ਸਵਾਲ ਸੀ ਕਿ ਅਗਰ ਕੋਈ ਬੰਦਾ ਚਾਹੁੰਦਾ ਹੈ ਕਿ ਉਸ ਦਾ ਅਸਾਈਲਮ ਦਾ ਪ੍ਰੋਸੈਸ ਚੱਲ ਰਿਹਾ, ਉਸ ਤਰ੍ਹਾਂ ਉਹ ਆਪਣਾ ਕੇਸ ਖਤਮ ਕਰਨਾ ਚਾਹੁੰਦਾ ਹੈ, ਤਾਂ ਉਸ ਦਾ ਕੀ ਤਰੀਕਾਕਾਰ ਹੈ। ਉਸ ਦਾ ਤਰੀਕਾਕਾਰ ਵੈਰੀ ਸਿੰਪਲ ਹੈ। ਤੁਸੀਂ ਅਯੁੰਟਾਮੈਂਟ ਤੋਂ ਚਲੇ ਜਾਓ, ਤੁਸੀਂ ਵੀ ਐਕਸਟਰਾਂਜੇਰੀਆ ਚਲੇ ਜਾਓ, ਤੁਸੀਂ ਗਵਰਨਰ ਦੇ ਕਿਸੇ ਵੀ ਜਿਹੜੇ ਮੇਨ ਆਫਿਸ ਨੇ, ਜਿਹੜੇ ਹੁਣ ਕਤਾਲੂਨੀਆ 'ਚ ਬਾਰਸਲੋਨਾ ਚਲੇ ਜਾਓ, ਤੇ ਨਾਲ ਪਲਾਸਾ ਕਤਾਲੂਨੀਆ ਕੋਲ ਇੱਕ ਦਫ਼ਤਰ ਹੈ ਜਿੱਥੇ ਅਮੂਮਨ ਲੋਕੀ ਜਾ ਕੇ ਗਵਰਨਰ ਦਫ਼ਤਰ ਹੈ ਪੇਪਰ ਜਮ੍ਹਾਂ ਕਰਾਉਂਦੇ ਨੇ। ਤੇ ਉੱਥੇ ਜਾ ਕੇ ਤੁਸੀਂ ਆਪਣਾ ਲਿਖ ਕੇ ਦੇਣਾ ਹੁੰਦਾ ਪੂਰਾ ਇੱਕ ਪੇਜ 'ਤੇ ਕਿ ਤੁਸੀਂ ਆਪਣੇ ਸਾਰੀ ਡਿਟੇਲ ਅਸਾਈਲਮ ਦੀ ਲਿਖਣੀ ਹੈ, ਔਰ ਆਪਣਾ ਪਾਸਪੋਰਟ ਨੰਬਰ, ਨਾਂ, ਸਾਰਾ ਕੁਝ ਡਿਟੇਲ ਲਿਖ ਕੇ ਤੁਸੀਂ ਲਿਖਣਾ ਹੈ। ਵਜ੍ਹਾ ਲਿਖਣੀ ਹੈ ਕਿ ਕਿਉਂ ਤੁਸੀਂ ਅਸਾਈਲਮ ਦਾ ਕੇਸ ਖਤਮ ਕਰਨਾ ਚਾਹੁੰਦੇ ਹੋ, ਕੈਂਸਲਾਰ ਕਰਨਾ ਚਾਹੁੰਦੇ ਹੋ, ਰਿਨੂੰਸੀਆਰ ਕਰ ਰਹੇ ਹੋ ਆਪਣੇ ਅਸਾਈਲਮ ਦੇ ਪ੍ਰੋਸੈਸ ਨੂੰ। ਤੇ ਉਸ ਤੋਂ ਬਾਅਦ ਉਹ ਤੁਹਾਨੂੰ ਮੋਹਰ ਮਾਰ ਕੇ ਕਾਪੀ ਦੇ ਦੇਣਗੇ, ਬਾਕੀ ਉਸ ਭੇਜ ਦੇਣਗੇ। ਉਸ ਤੋਂ ਬਾਅਦ ਤੁਹਾਡਾ ਨੈਟ 'ਤੇ ਆ ਜਾਏਗਾ, ਜਾਂ ਤੁਸੀਂ ਆਪਣੇ ਵਕੀਲ ਵਗੈਰਾ ਤੁਹਾਡਾ ਕੋਈ ਅਗਰ ਹੈ ਤਾਂ ਉਸਨੂੰ ਕਹਿ ਦਿਓ, ਉਹ ਵੀ ਤੁਹਾਡਾ ਕੈਂਸਲ ਕਰਾ ਸਕਦਾ ਹੈ ਤੁਹਾਡੇ ਨਾਂ 'ਤੇ। ਜਾਂ ਤੁਸੀਂ ਆਪਣੇ ਤੌਰ 'ਤੇ ਇਹਦਾ ਇਹ ਤਰੀਕਾ ਕਰ ਕਿ ਤੁਸੀਂ ਬਾਈ ਰਾਈਟਿੰਗ 'ਚ ਲਿਖ ਕੇ ਦਿਓ ਹੈ। ਠੀਕ ਹੋ ਗਿਆ ਜੀ। ਬਾਕੀ ਜਿੱਥੇ ਵੀ ਰਹੋ, ਜੀਂਦੇ ਵਸਤੇ ਰਹੋ, ਆਬਾਦ ਰਹੋ, ਖੁਦਾ ਸਭ ਦਾ ਹਾਮੀ ਨਾਸਰ ਹੋਵੇ। ਟੇਕ ਕੇਅਰ। ਅੱਲਾ ਹਾਫਿਜ਼। ਫੀ ਅਮਾਨ ਅੱਲਾ।